ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਤਾ ਰਿਹਾ ਗ੍ਰਿਫਤਾਰੀ ਦਾ ਖਦਸ਼ਾ। ਨਿਊਜ਼ 18 ਤੇ ਬੋਲੇ, ਮੈਨੂੰ ਅੰਦਰ ਕਰਨ ਦੇ ਸਰਕਾਰ ਲੱਭ ਰਹੀ ਹੈ ਤਰੀਕੇ, ਮੇਰੇ ਬੈਂਕ ਖਾਤੇ ਤੇ ਜਾਇਦਾਦ ਦੀ ਜਾਂਚ ਹੋ ਰਹੀ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਮੋਹਾਲੀ ਦੇ ਮੇਅਰ ਅਮਰਜੀਤ ਸਿੱਧੂ ਨੂੰ ਅਹੁਦੇ ਤੋਂ ਹਟਾਇਆ। ਸਿੱਧੂ ਤੇ ਆਪਣੀ ਹੀ ਕੋਆਪਰੇਟਿਵ ਸੁਸਾਇਟੀ ਨੂੰ ਵਿਕਾਸ ਟੈਂਡਰ ਦੇਣ ਦੇ ਇਲਜ਼ਾਮ। ਖੂਫੀਆ ਅਲਰਟ ਤੋਂ ਬਾਅਦ ਚੱਪੇ ਤੇ ਪੁਲਿਸ ਦੀ ਚੌਕਸੀ। ਸਰਹੱਦੀ ਇਲਾਕਿਆਂ ਦੇ ਵਿੱਚ ਖਾਸ ਨਿਗਰਾਨੀ, ਨਾਕੇ ਲਗਵਾ ਕੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ। ਰਿਸ਼ਵਤ ਅਤੇ ਸ਼ੋਸ਼ਣ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ AIG ਆਸ਼ੀਸ਼ ਕਪੂਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ। ਪੀੜਤ ਮਹਿਲਾ ਨੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ। ਪੰਜਾਬ ਪੁਲਿਸ ਤੇ ਠੀਕ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ। ਹਰਿਆਣਾ ਦੇ ਖੇਡ ਮੰਤਰੀ ਤੇ ਛੇੜਛਾੜ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਨੇ SSP ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ। ਮੰਤਰੀ ਸੰਦੀਪ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ। ਕਿਹਾ, ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਲ ਰਹੀਆਂ ਨੇ ਧਮਕੀਆਂ। ਭਿਆਨਕ ਸੜਕ ਹਾਦਸੇ ਦੇ ਵਿੱਚ ਬਲ-ਬਲ ਬਚੇ ਕ੍ਰਿਕਟਰ ਰਿਸ਼ਭ ਪੰਤ। ਰੁੜਕੀ ਨੇੜੇ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ। ਪੰਤ ਦੇ ਸਿਰ, ਗੋਡੇ ਅਤੇ ਪਿੱਠ ਦੇ ਵਿੱਚ ਲੱਗੀਆਂ ਸੱਟਾਂ। ਤੇ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਹੀਰਾਬਾ ਪੰਜ ਤੱਤਾਂ ਦੇ ਵਿੱਚ ਵਿਲੀਨ। ਪ੍ਰਧਾਨ ਮੰਤਰੀ ਨੇ ਦਿੱਤੀ ਅਗਨੀ। ਹੀਰਾਬਾ ਨੇ 100 ਸਾਲ ਦੀ ਉਮਰ ਦੇ ਵਿੱਚ ਲਏ ਆਖਰੀ ਸਾਹ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ। ਸਾਬਕਾ CM ਨੂੰ ਡਰ ਸਤਾ ਰਿਹਾ ਹੈ, ਖਦਸ਼ਾ ਸਤਾ ਰਿਹਾ ਹੈ ਗ੍ਰਿਫਤਾਰੀ ਦਾ। ਜੀ ਹਾਂ, ਸਾਬਕਾ CM ਚੰਨੀ ਨੇ ਗੱਲਬਾਤ ਕੀਤੀ ਨਿਊਜ਼ 18 ਦੇ ਨਾਲ ਤੇ ਖਦਸ਼ਾ ਜਤਾਇਆ ਕਿ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਨਿਊਜ਼ 18 ਦੇ ਉੱਤੇ ਚਰਨਜੀਤ ਸਿੰਘ ਚੰਨੀ ਨੇ ਵੱਡੀ ਸਟੇਟਮੈਂਟ ਦਿੱਤੀ ਅਤੇ ਕਿਹਾ ਕਿ ਮੈਨੂੰ ਅੰਦਰ ਕਰਨ ਦੇ ਤਰੀਕੇ ਲੱਭੇ ਜਾ ਰਹੇ ਨੇ, ਮੇਰੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ, ਮੇਰੇ ਬੈਂਕ ਅਕਾਊਂਟ ਫਰੋਲੇ ਜਾ ਰਹੇ ਨੇ, ਸਰਕਾਰ ਮੇਰੇ ਪਿੱਛੇ ਪਈ ਹੋਈ ਹੈ। ਤਾਂ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕੀਤੀ ਨਿਊਜ਼ 18 ਦੇ ਨਾਲ ਐਕਸਕਲੂਸਿਵ ਤੇ ਉਸ ਦੇ ਵਿੱਚ ਖਦਸ਼ਾ ਜਤਾਇਆ ਕਿ ਮੈਨੂੰ ਗ੍ਰਿਫਤਾਰੀ ਦਾ ਖਦਸ਼ਾ ਹੈ ਤੇ ਗ੍ਰਿਫਤਾਰ ਮੈਨੂੰ ਕਰਨ ਦੇ ਲਈ ਤਰੀਕੇ ਤੇ ਬਹਾਨੇ ਲੱਭੇ ਜਾ ਰਹੇ ਨੇ। ਪੂਰਾ ਮਾਮਲਾ ਕੀ ਹੋਵੇ ਤੁਹਾਨੂੰ ਦੱਸਦੇ ਹਾਂ। ਦਰਅਸਲ ਬਠਿੰਡਾ ਦੇ ਇੱਕ ਸ਼ਖਸ ਨੇ ਟੂਰਿਜ਼ਮ ਡਿਪਾਰਟਮੈਂਟ ਦੇ 2 ਅਫਸਰਾਂ ਦੇ ਖਿਲਾਫ ਵਿਜੀਲੈਂਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ, ਜਿਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਪਿਛਲੇ ਸਾਲ 19 ਨਵੰਬਰ ਨੂੰ ਚਮਕੌਰ ਸਾਹਿਬ ਦੇ ਵਿੱਚ ਪ੍ਰਬੰਧਿਤ ਦਾਸਤਾਨ-ਏ ਸ਼ਹਾਦਤ ਸਮਾਗਮ 'ਚ ਕਰੋੜਾਂ ਦਾ ਘੁਟਾਲਾ ਹੋਇਆ। ਇਸ ਦੌਰਾਨ ਚੰਨੀ ਸੂਬੇ ਦੇ ਮੁੱਖ ਮੰਤਰੀ ਸੀ ਅਤੇ ਟੂਰਿਜ਼ਮ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਹੀ ਸੀ। ਤਾਂ ਉਸ ਨੂੰ ਲੈ ਕੇ ਪੂਰੇ ਖਦਸ਼ਾ ਤੇ ਪੂਰੇ ਤੁਸੀਂ ਕਹਿ ਸਕਦੇ ਹੋ ਕਿ ਇਲਜ਼ਾਮ ਲਗਾਏ ਗਏ ਨੇ ਤੇ ਇਸ ਵਿਚਾਲੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸਾਬਕਾ CM ਦੀ। ਤਾਂ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਤਰੀਕੇ ਲੱਭ ਰਹੇ ਨੇ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਸਾਬਕਾ CM ਚਰਨਜੀਤ ਸਿੰਘ ਚੰਨੀ। ਵਿਜੀਲੈਂਸ ਜਿਹੜਾ ਇੱਕ ਮਾਮਲੇ ਦੀ ਜਾਂਚ ਕਰ ਰਹੀ ਹੈ, ਕਹਿ ਰਹੇ ਨੇ ਕਿ ਬੇਟੇ ਦੀ ਮੈਰਿਜ ਦਾ ਜਿਹੜਾ ਖਰਚਾ ਵਾ ਉਹ ਚੁੱਕਿਆ ਹੈ, ਤੁਸੀਂ ਇਸਤੇਮਾਲ ਕੀਤਾ ਸਰਕਾਰੀ ਫੰਡ ਤੋਂ, ਔਰ ਇਸ ਦੀ ਸ਼ਿਕਾਇਤ ਆਈ ਹੈ। ਏਦਾਂ ਜੀ ਕੋਈ ਇੱਕ ਸ਼ਿਕਾਇਤ ਨਹੀਂ ਇਹਨਾਂ ਨੇ ਲੈਣੀ ਮੇਰੇ ਖਿਲਾਫ। ਪਤਾ ਨਹੀਂ ਕਿੰਨੇ ਕਾਰਵਾਈਆਂ ਅਜੇ ਪਰ ਹੋਰ ਕੁਝ ਖੋਲੀ ਬੈਠੇ ਆ ਤੇ ਖੋਲਣਾ ਹੈ। ਮੈਂ 3 ਮਹੀਨੇ ਮੰਤਰੀ ਰਿਹਾ 70 ਸਾਲਾਂ ਦੇ ਵਿੱਚ। 3 ਮਹੀਨੇ ਇਹਨਾਂ ਦੇ ਉੱਪਰ ਭਾਰੀ ਪਿਆ ਹੋਇਆ ਤੇ ਹਰ ਗੱਲ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਹੈ ਤੇ ਕਿਸੇ ਤਰੀਕੇ ਨਾਲ ਅੰਦਰ ਦੇਣਾ ਚਾਹੁੰਦੇ ਆ। ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਬੇਟੇ ਦਾ ਵਿਆਹ 10 ਅਕਤੂਬਰ ਨੂੰ ਹੋਇਆ। ਇਹ ਫੰਕਸ਼ਨ ਉਸ ਤੋਂ 1 ਮਹੀਨਾ 10 ਦਿਨ ਬਾਅਦ ਲਗਭਗ ਸੀਗਾ। ਜਦ ਮੇਰੇ ਬੇਟੇ ਦਾ ਵਿਆਹ ਹੋਇਆ ਉਦੋਂ ਇਸ ਫੰਕਸ਼ਨ ਦਾ ਨਾਂ ਤੇ ਵੀ ਨਹੀਂ ਸੀ ਕਿ ਇਦਾਂ ਦਾ ਕੋਈ ਫੰਕਸ਼ਨ ਵੀ ਹੋਣਾ। ਇਹ ਬਿਲਕੁਲ ਹੀ ਬੇਬੁਨਿਆਦ ਐਵੇਂ ਬਿਨਾਂ ਮਤਲਬ ਤੇ ਜੋੜ ਘਸੋੜ ਕੇ ਮੈਨੂੰ ਕਿਤੇ ਨਾ ਕਿਸੇ ਤਰੀਕੇ ਨਾਲ ਅੰਦਰ ਦੇਣਾ ਚਾਹੁੰਦੇ। ਜਿੱਦਣ ਦਾ ਮੈਂ ਬਾਹਰੋਂ ਆਇਆ ਪਹਿਲਾਂ ਵੀ ਚੀਕਾ ਮਾਰੀ ਗਈ ਕਿ ਬਾਹਰ ਤੋਂ ਆਉਂਦਾ ਨਹੀਂ ਹੈ। ਅਸਲੀ ਗੱਲ ਇਹ ਹੈ ਕਿ ਇਹਨਾਂ ਨੇ ਬਦਲਾਖੋਰੀ ਨੀਤੀ ਦੇ ਨਾਲ ਇੱਕ ਨਹੀਂ ਪਤਾ ਨਹੀਂ ਇਹੋ ਜਿਹੇ ਕਿੰਨੇ ਜਿਹੇ ਹੋਰ ਕੇਸ ਖੋਲਣਗੇ। ਮੇਰੀਆਂ ਸਾਰੀਆਂ ਪ੍ਰਾਪਰਟੀਆਂ ਚੈੱਕ ਹੋ ਰਹੀਆਂ, ਮੇਰੇ ਦਸਤਾਵੇਜ਼ ਚੈੱਕ ਹੋ ਰਹੇ ਆ, ਮੇਰੇ ਬੈਂਕਾਂ ਦੇ ਵਿੱਚ ਘੁੰਮਦੇ ਫਿਰਦੇ ਆ, ਮੇਰੇ ਇੱਥੇ ਤਹਿਸੀਲਾਂ ਕਚਹਿਰੀਆਂ 'ਚ ਘੁੰਮਦੇ ਫਿਰਦੇ ਮੇਰੇ ਖਿਲਾਫ। ਪੂਰਾ ਜਿਸ ਤਰ੍ਹਾਂ ਪੂਰੀ ਵਿਜੀਲੈਂਸ ਮੇਰੇ ਖਿਲਾਫ ਲਗਾਈ ਹੋਈ ਹੈ। ਤਾਂ ਕੋਈ ਐਸੀ ਗੱਲ ਨਹੀਂ, ਜੇ ਅੰਦਰ ਵੀ ਕਰਨਗੇ ਤਾਂ ਮੈਂ ਉਹਦੇ ਵਾਸਤੇ ਹਰ ਤਰੀਕੇ ਨਾਲ ਤਿਆਰ ਹਾਂ। ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ
कि कोई भी पैसा हराम दे बराबर है जे किसी ने खाधा होवे ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ। ਇਹ ਸਾਰਾ ਟਫਾਂਗ ਰਚਿਆ ਗਿਆ। ਵਜ੍ਹਾ ਕੀ ਲੱਗਦੀ ਕਿ ਕਿਉਂ ਇਸ ਤਰੀਕੇ ਨਾਲ ਤੁਹਾਡੇ ਨਾਲ ਕੀਤਾ ਜਾ ਰਿਹਾ? ਇਹ ਕਰਨਾ ਹੀ ਹੈ ਇਹਨਾਂ ਨੇ, ਤਾਂ ਇਹ ਵਜੀਦਾ ਕਿਸੇ ਤਰੀਕੇ ਨਾਲ ਅੰਦਰ ਦੇਣ ਵਾਸਤੇ, ਪਰ ਮੈਂ ਫੇਸ ਕਰਨੇ ਨੂੰ ਤਿਆਰ ਹਾਂ। ਤਾਂ ਸਾਬਕਾ ਸੀਐਮ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਇਸ ਤਰੀਕੇ ਨਾਲ ਤਰੀਕੇ ਲੱਭੇ ਜਾ ਰਹੇ ਨੇ। ਸਿੱਧਾ ਰੁਕ ਕਰਦੇ ਹਾਂ, ਪੰਕਜ ਕਪਾਹੀ ਸਾਡੇ ਨਾਲ ਨੇ, ਸਾਡੇ ਸਹਿਯੋਗੀ, ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਨਾਲ। ਪੰਕਜ, ਕੀ ਕੁਝ ਇਸ ਪੂਰੀ ਗੱਲਬਾਤ ਦਾ ਨਿਚੋੜ ਕੱਢਿਆ ਜਾਵੇ? ਕਿਉਂ ਖਦਸ਼ਾ ਜਤਾਇਆ ਜਾ ਰਿਹਾ ਸਾਬਕਾ ਸੀਐਮ ਦੇ ਵੱਲੋਂ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਤਰੀਕੇ ਲੱਭੇ ਜਾ ਰਹੇ ਨੇ? ਇੱਕ ਸ਼ਿਕਾਇਤ ਬਠਿੰਡਾ ਵਾਲੀ ਦਾ ਜ਼ਿਕਰ ਹੋ ਰਿਹਾ ਕਿ ਕੋਈ ਹੋਰ ਕਿਸੇ ਜਾਣਕਾਰੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ? पंकज बिल्कुल गौरव, चरणजीत सिंह चन्नी की जी शिकायत हुई है उसनों इस वे विजिलेंस जी है उसकी वेरीफिकेशन चल रही है। उस जांच के उत्ते इस वे वेरीफिकेशन किया जा रहा है। और दूसरे पासे चरणजीत सिंह चन्नी होरां दे जाने तो उन्होंने का यह कहना सीगा कि सियासी बदलाखोरी के तहत सरकार जो है उन्होंने गिरफ्तार करना जा रही है, उन्होंने बैंक अकाउंट देखे जा रहे हैं, उन्होंने जेल जी है वो हो सकती है। इस तरीके के जो चरणजीत सिंह चन्नी होर का बस जाने जोड़े साबका मुख्यमंत्री ने उन्होंने अपना पक्ष पूरते हुए इस बाबत नजर आए। दूसरे पास विजिलेंस सोर्सिस से जानकारी दे रहे हैं कि इस पूरी शिकायत नूं गंभीरता के नाल इस वेले विजिलेंस की टीम जी देख रही है। इसकी वेरीफिकेशन करने तो बाद ही ये क्लीयर होएगा कि जांच होनी चाहिए या किस तरीके दे नाल इस पूरे केस दे विच अगली इन्वेस्टिगेशन जी चलेगी। शुक्रिया पंकज, धन्यवाद साडे नाल जुड़न दे लई, इस पूरी गलबात दे लई। तां इस इन्वेस्टिगेशन दा जिक्र हो रहा कि जिहड़ी शिकायत बठिंडा दे विच एक शख्स ने दित्ती है और विजिलेंस किवें उस पूरे मामले दे विच अगे जांच करदी है। हालांकि इल्जामां नूं साबका सीएम नकारदे होए नजर आ रहे हैं। ਹੁਣ ਅੱਗੇ ਵਧਦੇ ਹਾਂ। ਦਿਨ ਦੇ ਵਿੱਚ ਜਿਹੜੀ ਵੱਡੀ ਪੋਲੀਟੀਕਲ ਅਪਡੇਟ ਆਈ ਉਹ ਮੋਹਾਲੀ ਤੋਂ ਵੀ ਆਈ, ਜਿੱਥੇ ਮੇਅਰ ਦੀ ਹੀ ਛੁੱਟੀ ਕਰ ਦਿੱਤੀ ਗਈ। ਅਮਰਜੀਤ ਸਿੱਧੂ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸਥਾਨਕ ਸਰਕਾਰਾਂ ਵਿਭਾਗ ਨੇ ਇਹ ਐਕਸ਼ਨ ਲਿਆ। ਸਿੱਧੂ ਦੇ ਉੱਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲੱਗੇ ਨੇ। ਸਿੱਧੂ ਤੇ ਆਪਣੀ ਕੋਆਪਰੇਟਿਵ ਸੁਸਾਇਟੀ ਨੂੰ ਟੈਂਡਰ ਦੇਣ ਦਾ ਇਲਜ਼ਾਮ ਹੈ। 19 ਨਵੰਬਰ ਨੂੰ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। 15 ਦਿਨ ਦੇ ਅੰਦਰ ਜਵਾਬ ਮੰਗਿਆ ਗਿਆ ਸੀ। ਅਮਰਜੀਤ ਸਿੰਘ ਸਿੱਧੂ ਸਾਬਕਾ ਮੰਤਰੀ ਅਤੇ ਮੌਜੂਦਾ ਬੀਜੇਪੀ ਲੀਡਰ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ ਔਰ ਅਮਰਜੀਤ ਸਿੱਧੂ ਨੇ ਵੀ ਬੀਜੇਪੀ ਜੁਆਇਨ ਕਰ ਲਈ ਸੀ ਤੇ ਵੱਡਾ ਐਕਸ਼ਨ ਉਹਨਾਂ ਦੇ ਉੱਤੇ ਹੋਇਆ ਹੈ। ਮੇਅਰ ਦੀ ਕੁਰਸੀ ਤੋਂ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਜਾਣਕਾਰੀ ਇਹ ਵੀ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਤਾਂ ਮੋਹਾਲੀ ਦੇ ਮੇਅਰ ਨੂੰ ਹਟਾ ਦਿੱਤਾ ਗਿਆ। ਸਿੱਧੂ ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਨੇ ਕਿ ਇੱਕ ਟੈਂਡਰ ਜੋ ਆਪਣੀ ਹੀ ਇੱਕ ਕੋਆਪਰੇਟਿਵ ਸੁਸਾਇਟੀ जो इल्जाम लगे ने कि कोऑपरेटिव सोसाइटी खुद ही उसनों ही टेंडर दे दिता गया। तो इस तरीके नाल तो नहीं हो सकता। खैर जे इल्जाम लगे ने तो जांच जरूर होनी चाहिए है और जो जिक्र किया जा रहा है कि जांच होएगी। खैर ये भी तुहानूं दस दईए कि 19 नवंबर को अमरजीत सिद्धू ने एक नोटिस भेजा गया सी स्थानक सरकारां विभाग के वल्लों ते उस नोटिस के जरिए 15 दिनों के विच जवाब मंगिया गया सी। कारण दसो नोटिस ही हो ते उस तो बाद ਹੁਣ ਇਹ ਕਾਰਵਾਈ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਨਾਲ ਹੀ ਉਹਨਾਂ ਦੀ ਜਿਹੜੀ ਕਾਉਂਸਲਰ ਦੀ ਜਿਹੜੀ ਮੈਂਬਰਸ਼ਿਪ ਹੈ ਬਤੌਰ ਕਾਉਂਸਲਰ ਉਹ ਵੀ ਰੱਦ ਕਰ ਦਿੱਤੀ ਗਈ ਹੈ। ਯਾਨੀ ਕਿ ਉਹਨਾਂ ਨੂੰ ਕਾਉਂਸਲਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। ਰੁਕ ਕਰਦੇ ਹਾਂ, ਮਨੋਜ ਰਾਠੀ ਇਸ ਸਮੇਂ ਸਾਡੇ ਨਾਲ ਸਾਡੇ ਸਹਿਯੋਗੀ ਮੋਹਾਲੀ ਤੋਂ ਜੁੜ ਰਹੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਕਿਉਂ ਹੋਇਆ ਐਕਸ਼ਨ? ਕਿਹੜਾ ਟੈਂਡਰ? ਕਿੰਨੇ ਦਾ ਸੀ ਟੈਂਡਰ? ਜੋ ਇਲਜ਼ਾਮ ਲੱਗ ਰਹੇ ਨੇ, ਕੀ ਕੁਝ ਜਾਣਕਾਰੀ? देखो गौरव, ये पहला एक थोड़ी दिन पहला का मामला है, एक अचानक नहीं होया। कई चीजें जो हम नोटिस आया जी साफ तौर पर लिखा गया सीगा कि एक मुनसिपल 1976 ਜਿਹੜੇ ਹੈਗੇ ਐਕਟ ਉਹਨਾਂ ਕੀਤੀ ਗਈ ਹੈ। ਹੁਣ ਉਲੰਘਣਾ ਕੀ ਕੀਤੀ ਗਈ ਹੈ ਇਹਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਈਏ ਕਿ ਅਮਰਜੀਤ ਸਿੰਘ ਸਿੱਧੂ ਜੀਤੀ ਸਿੱਧੂ ਇਹ ਬਲਬੀਰ ਸਿੱਧੂ ਜਿਹੜੇ ਐਕਸ ਹੈਲਥ ਮਿਨਿਸਟਰ ਨੇ ਪੰਜਾਬ ਦੇ, ਉਹਨਾਂ ਦੇ ਭਰਾ ਨੇ ਤੇ ਉਹਨਾਂ ਦੀ ਜਿਹੜੀ ਹੁਣ ਉਲੰਘਣਾ ਜਿਹੜੀ ਹੈਗੀ ਹੈ 2976 ਦੀ ਧਾਰਾ 63 ਦੀ ਉਲੰਘਣਾ ਵਾਸਤੇ ਗਿਆ ਗਿਆ। ਇਹਦੇ ਵਿੱਚ
ਜਿਹੜਾ ਹੈ ਕਈ ਚੀਜ਼ਾਂ ਜਿਹੜੀ ਹੈਗੀ ਕੋਈ ਕਮੇਟੀ ਜਿਹੜੀ ਹੈ ਕੀਤੀ ਗਈ ਸੀ ਉਹਦੇ ਵਿੱਚ ਦੀ ਗੱਲ ਕਰੀਏ ਖੁਦ ਹੀ ਚੀਜ਼ਾਂ ਦਾ ਹੈਗਾ ਇਹਦਾ ਲਿਖਿਆ ਹੈਗਾ ਉਹ ਤਾਂ ਹੈ ਜਿਹੜੀ ਹੈਗੀ ਹੈ ਅੱਗੇ ਜਿਹੜੀ ਹੈਗੀ ਹੈ। ਠੀਕ ਹੈ ਮਨੋਜ, ਤੁਹਾਡੀ ਆਵਾਜ਼ ਬਹੁਤ ਕਲੀਅਰ ਨਹੀਂ ਆ ਰਹੀ ਹੈ। ਮੈਂ ਟੀਮ ਨੂੰ ਕਹਾਂਗਾ ਕਿ ਇੱਕ ਵਾਰ ਦੁਬਾਰਾ ਮਨੋਜ ਦੇ ਨਾਲ ਜੇਕਰ ਗੱਲਬਾਤ ਹੋ ਸਕੇ ਤਾਂ ਜਿਸ ਤਰੀਕੇ ਨਾਲ ਮਨੋਜ ਦੱਸ ਰਹੇ ਨੇ ਕਿ ਮਾਮਲਾ ਪੁਰਾਣਾ, ਇਸ ਤੋਂ ਪਹਿਲਾਂ ਕਰੀਬ 1.5 ਮਹੀਨਾ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ, 15 ਦਿਨਾਂ ਦੇ ਵਿੱਚ ਜਵਾਬ ਮੰਗਿਆ ਗਿਆ ਸੀ ਸਿੱਧੂ ਦੇ ਕੋਲੋਂ, ਤੇ ਹੁਣ ਐਕਸ਼ਨ ਲੈ ਲਿਆ ਗਿਆ ਔਰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵੱਡੀ ਖਬਰ ਇਸ ਕਰਕੇ ਵੀ ਹੈ ਕਿਉਂਕਿ ਮੇਅਰ ਦੇ ਅਹੁਦੇ ਦੇ ਉੱਤੇ ਇਹ ਉਹ ਸ਼ਖਸ ਨੇ ਜੋ ਪਹਿਲਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਹਨਾਂ ਦੇ ਭਰਾ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ। ਔਰ ਕਾਬਲੇ ਗੌਰ ਇਹ ਵੀ ਹੈ ਕਿ ਜੋ ਜ਼ਿਕਰ ਅਸੀਂ ਕਰ ਰਹੇ ਹਾਂ ਕਿ ਮੋਹਾਲੀ ਦੇ ਮੇਅਰ ਦੇ ਅਹੁਦੇ ਤੋਂ ਹਟਾਇਆ ਗਿਆ ਤੇ ਨਾਲ ਹੀ ਡਿਸਕੁਆਲੀਫਾਈ ਉਹਨਾਂ ਨੂੰ ਕਰ ਦਿੱਤਾ ਗਿਆ ਜੋ ਉਹਨਾਂ ਦੀ ਕਾਉਂਸਲਰਸ਼ਿਪ ਸੀ, ਯਾਨੀ ਕਿ ਜਿਹੜਾ ਕਾਉਂਸਲਰ ਜਿੱਤ ਕੇ ਆਏ ਹੋਏ ਸੀ ਹੁਣ ਕਾਉਂਸਲਰ ਵੀ ਨਹੀਂ ਨੇ, ਤੇ ਦੂਜੇ ਪਾਸੇ ਮੇਅਰ ਦੇ ਅਹੁਦੇ ਤੋਂ ਤਾਂ ਹਟਾਈ ਦਿੱਤਾ ਗਿਆ। ਮਨੋਜ, ਉਮੀਦ ਹੈ ਤੁਹਾਡੀ ਆਵਾਜ਼ ਕਲੀਅਰ ਆਏਗੀ ਸਾਡੇ ਤੱਕ। ਮਨੋਜ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਦੇਖੋ ਗੌਰਵ, ਇਹਦੇ ਵਿੱਚ ਕਹਿ ਸਕਦੇ ਕਿ ਜਿਹੜੀ ਲੈਟਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ, ਲੋਕਲ ਬਾਡੀ ਜਿਹੜੀ ਹੁੰਦੀ ਹੈ ਉਹਨਾਂ ਵੱਲੋਂ ਜਿਹੜੀ ਕਰਦੀ ਗਈ ਹੈ, ਜੇਕਰ ਤੁਸੀਂ ਆਵਾਜ਼ ਬਿਲਕੁਲ ਸੁਣ ਰਹੇ ਹੋ ਮੇਰੀ, ਤਾਂ ਇਹ ਬਹੁਤ ਇੰਪੋਰਟੈਂਟ ਜਿਹੜੀ ਹੈ ਇਹਦੇ ਵਿੱਚ ਚੀਜ਼ ਲਿਖੀ ਗਈ ਹੈ ਮੇਅਰ ਅਮਰਜੀਤ ਸਿੰਘ ਸਿੱਧੂ ਵੱਲੋਂ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਮਰਪ੍ਰੀਤ ਕੋਆਪਰੇਟਿਵ ਸੁਸਾਇਟੀ ਲਿਮਿਟ ਇਹ FNCC ਦੇ ਮੈਂਬਰ ਸੀਗੇ ਤੇ ਇਹਨਾਂ ਨੇ ਆਪਣੇ ਸਵਾਰਥ ਵਾਸਤੇ ਕਈ ਚੀਜ਼ਾਂ ਜਿਹੜੀਆਂ ਕੀਤੀ ਹੈ, ਕਈ ਵਿਕਾਸ ਦੇ ਜਿਹੜੇ ਟੈਂਡਰ ਹੈ ਉਹ ਅਲਾਟ ਜਿਹੜੇ ਹੈਗੇ ਉਹ ਪਰਸਨਲੀ ਕੀਤੇ ਹੈ। ਕਿੰਨੇ ਕੁ ਕਰੋੜ ਦੇ ਟੈਂਡਰ ਨੇ ਮਨੋਜ, ਇਸ ਬਾਰੇ ਪਤਾ ਲੱਗਿਆ ਹੋਵੇ? ਦੇਖੋ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹੈਗੀ ਇਲਜ਼ਾਮ ਜਿਹੜੇ ਆ ਲੱਗੇ ਹੋਏ ਨੇ ਤੇ ਹੁਣ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ, ਤੇ ਜਿਹੜੇ ਲੋਕਲ ਬਾਡੀ ਦੇ ਜਿਹੜੇ IAS ਅਫਸਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ। ਜਿਹੜਾ ਗੌਰਵ, ਇਹਦੇ ਵਿੱਚ ਕਈ ਚੀਜ਼ਾਂ ਲਿਖੇ ਕਿ ਆਪਣੇ ਸਵਾਰਥ ਵਾਸਤੇ ਉਹਨਾਂ ਨੇ ਕਈ ਟੈਂਡਰ ਜਿਹੜੇ ਅਲਾਟ ਕੀਤੇ ਸੀਗੇ, ਉਹਦੇ ਵਿੱਚ ਉਹਨਾਂ ਤੋਂ ਜਵਾਬ ਜਿਹੜਾ ਹੈਗਾ ਉਹ ਮੰਗਿਆ ਸੀਗਾ, ਲੇਕਿਨ ਉਹ ਜਵਾਬ ਨਹੀਂ ਦੇ ਪਾਏ, ਜਿਸ ਕਰਕੇ ਅੱਜ ਇੱਕ ਵੱਡਾ ਫੈਸਲਾ, ਕਹਿ ਸਕਦੇ ਬਹੁਤ ਵੱਡਾ ਫੈਸਲਾ ਹੈ ਕਿ ਜਿਹੜਾ ਮੇਅਰਸ਼ਿਪ ਹੈ, ਕਾਉਂਸਲਰ ਜਿਹੜੀ ਹੈਗੀ ਉਹਨਾਂ ਦੇ ਪਦ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ। ਇੱਕ ਬਹੁਤ ਵੱਡੀ ਕਹਿ ਸਕਦੇ। ਠੀਕ ਹੈ ਮਨੋਜ, ਇੱਕ ਹੋਰ ਛੋਟੀ ਚੀਜ਼ ਜਾਣਨੀ ਚਾਹੁੰਦਾ ਕਿ ਕੋਈ ਪੁਲਿਸ ਨੂੰ ਵੀ ਜਾਂ ਕੋਈ ਵਿਭਾਗੀ ਕਾਰਵਾਈ ਦੇ ਆਦੇਸ਼ ਵੀ ਦਿੱਤੇ ਗਏ ਨੇ? ਮੇਅਰ ਦਾ ਅਹੁਦਾ ਤਾਂ ਹਟਾ ਦਿੱਤਾ ਗਿਆ, ਪਰ ਜੇ ਇਸ ਤਰੀਕੇ ਨਾਲ ਆਪਣੇ ਅਹੁਦੇ ਦਾ ਕੋਈ ਫਾਇਦਾ ਚੁੱਕਿਆ ਤਾਂ ਫਿਰ ਉਹ ਤਾਂ ਘਪਲੇਬਾਜ਼ੀ ਵਾਲੇ ਇਲਜ਼ਾਮ ਵੀ ਲੱਗਦੇ ਨੇ। ਦੇਖੋ ਇਹਦੇ ਵਿੱਚ ਹਾਲਾਂਕਿ ਹਜੇ ਜਿਹੜਾ ਲੋਕਲ ਬਾਡੀਜ਼ ਵੱਲੋਂ ਜਿਹੜਾ ਲੈਟਰ ਕੱਢਿਆ ਗਿਆ ਖਾਸ ਤੌਰ ਸਿਰਫ ਇਹੀ ਲਿਖਿਆ ਗਿਆ ਇਹਦੇ ਵਿੱਚ ਕਿ ਜਿਹੜਾ ਹੈਗਾ ਇਹਨਾਂ ਨੂੰ ਕਾਉਂਸਲਰ ਤੇ ਮੇਅਰ ਪਦ ਦੇ ਬਰਖਾਸਤ ਕੀਤਾ ਜਾਂਦਾ ਹੈ। ਹਾਲਾਂਕਿ ਹੁਣ ਇੰਟਰਨਲੀ ਇਨਕੁਆਇਰੀ ਹੁੰਦੀ ਹੈ ਨਹੀਂ ਹੁੰਦੀ ਹੈ, ਹੁਣ ਇਹ ਜਿਹੜਾ ਡਿਸਾਈਡ ਕੀਤਾ ਜਾਏਗਾ, ਲੇਕਿਨ ਇਸ ਤੋਂ ਵੀ ਜਲਦੀ ਅਪਡੇਟ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਅਫਸਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ, ਲੇਕਿਨ ਇਸ ਤਰ੍ਹਾਂ ਦਾ ਇਨਕੁਆਇਰੀ ਦਾ ਵਾਸਤਾ ਅਜੇ ਕੋਈ ਲੈਟਰ ਜਿਹੜਾ ਉਹ ਨਹੀਂ ਕੱਢਿਆ ਗਿਆ। ਗੌਰਵ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਪੂਰੇ ਮਾਮਲੇ 'ਚ ਅਪਡੇਟ ਤੁਹਾਨੂੰ ਦੇ ਰਹੇ ਹਾਂ। ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਕਾਉਂਸਲਰਸ਼ਿਪ ਜਿਹੜੀ ਉਹਨਾਂ ਦੀ ਸੀ, ਮੈਂਬਰਸ਼ਿਪ ਨਗਰ ਨਿਗਮ ਦੀ ਮੈਂਬਰਸ਼ਿਪ, ਉਸ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਉਸ ਤੋਂ ਵੀ, ਯਾਨੀ ਕਿ ਹੁਣ ਕਾਉਂਸਲਰ ਵੀ ਨਹੀਂ ਨੇ ਸਿੱਧੂ। ਔਰ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ, ਸਾਬਕਾ ਮੰਤਰੀ ਨੇ, ਮੌਜੂਦਾ ਸਮੇਂ ਦੇ ਵਿੱਚ BJP ਦੇ ਵਿੱਚ ਨੇ, ਤੇ ਇਸ ਸਭ ਦੇ ਵਿਚਾਲੇ ਇੱਕ ਵੱਡਾ ਐਕਸ਼ਨ ਲਾਜ਼ਮੀ ਤੌਰ ਤੇ ਨਜ਼ਰ ਆਉਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ AIG ਆਸ਼ੀਸ਼ ਕਪੂਰ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਗਵਰਨਰ ਦੇ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਸਾਰੀ ਸੱਚਾਈ ਸਾਹਮਣੇ ਆਵੇ ਅਤੇ ਉਹਨਾਂ ਦੇ ਨਾਲ ਇਨਸਾਫ ਹੋਵੇ। ਰਾਜ ਭਵਨ ਪੰਜਾਬ ਇਨਸਾਫ ਦੀ ਉਮੀਦ ਦੇ ਵਿੱਚ ਇੱਕ ਮਹਿਲਾ ਇੱਥੇ ਰਾਜਪਾਲ ਦੇ ਨਾਲ ਮਿਲਣ ਪਹੁੰਚੀ ਸੀ। ਦਰਅਸਲ ਮਹਿਲਾ ਦਾ ਇਲਜ਼ਾਮ ਪੰਜਾਬ ਦੇ AIG ਆਸ਼ੀਸ਼ ਕਪੂਰ ਦੇ ਉੱਤੇ ਹੈ। ਉਸ ਦਾ ਕਸਟੋਡੀਅਲ ਰੇਪ ਕਰਨ ਦਾ ਮਾਮਲਾ 2016 ਦਾ ਹੈ। ਪੀੜਤ ਦੇ ਮੁਤਾਬਿਕ ਆਸ਼ੀਸ਼ ਕਪੂਰ ਨੇ ਪਹਿਲਾਂ ਉਸ ਦੇ ਨਾਲ ਜ਼ਬਰਦਸਤੀ ਜੇਲ੍ਹ ਦੇ ਵਿੱਚ ਸੰਬੰਧ ਬਣਾਏ ਅਤੇ ਜਦੋਂ ਪ੍ਰੈਗਨੈਂਟ ਹੋ ਗਈ ਤਾਂ ਕਪੂਰ ਨੇ ਉਸ ਦਾ ਅਬੋਰਸ਼ਨ ਕਰਵਾ ਦਿੱਤਾ। सर वैसे तो मामला 2016 का है, जब मैं अमृतसर जेल में थी एक अंडर ट्रायल एक 420 के केस में, कि वो वहाँ पे सुपरिटेंडेंट थे सर। वहाँ पे इन्होंने मेरा फिजिकल टॉर्चर, मेरा रेप किया एंड आई गॉट प्रेग्नेंट। तो जब इनको लगा कि ये प्रेग्नेंट हो गई है तो इन्होंने ही मेरा बेल करवाया। ਮਹਿਲਾ ਦਾ ਕਹਿਣਾ ਹੈ ਕਿ ਜਦੋਂ ਇਸ ਦੇ ਬਾਰੇ ਵਿੱਚ ਉਸਨੇ ਆਵਾਜ਼ ਚੁੱਕੀ ਤਾਂ ਉਸਦੇ ਸਾਰੇ ਪਰਿਵਾਰ ਤੇ ਝੂਠਾ ਕੇਸ ਕਰ ਦਿੱਤਾ ਗਿਆ। मेरी मम्मी पे, मेरे भाई पे, सबके ऊपर सर उन्होंने झूठी FIR कराई सिर्फ मेरी आवाज को बंद करने के लिए। ਮਹਿਲਾ ਦਾ ਕਹਿਣਾ ਹੈ ਕਿ ਮਾਮਲੇ ਨੂੰ ਲੈ ਕੇ ਜੇਲ੍ਹ ਤੋਂ ਲੈਟਰ ਲਿਖ ਕੇ ਵੀ ਸ਼ਿਕਾਇਤ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। जब ये हुआ मैं जेल के अंदर से मैंने कैप्टन सर को भी मेल किया, लेटर लिखे, हैंड रिटन लेटर्स है मेरे। कैप्टन अमरिंदर सिंह CMCO। हाँ जी,
और सुप्रीम कोर्ट, हाई कोर्ट, डीजीपी, एवरीवेयर सर हर चीज को बोला, लेकिन वो हर चीज दबा लेता था सर। सर मेरी 181 पे भी कंप्लेंट है, जो आप एक वुमेन सेल होता है जो, उसको भी कंप्लेंट किया हुआ है सर। ਮਹਿਲਾ ਮੁਤਾਬਕ AIG ਨੇ ਉਸ ਨੂੰ ਘਰ ਵੀ ਲੈ ਕੇ ਦਿੱਤਾ ਸੀ। ਇਸ ਦੇ ਨਾਲ ਹੀ ਮਹਿਲਾ ਦੇ ਕੋਲ ਕਰੋੜਾਂ ਰੁਪਏ ਵੀ ਰੱਖ ਜਾਂਦਾ ਸੀ। ਕਿੰਨੇ ਦਿਨ 10 ਤੋਂ 15 ਕਰੋੜ 10 ਕਰੋੜ ਜਾਂ 15 ਕਰੋੜ ਤੁਹਾਡੇ ਘਰ ਰਿਹਾ? 15 करोड़ मेरे घर है, 3.5 करोड़ की तो कोठी भी दिलाई है, जिसकी मैंने बताया हुआ है सर, और उनका 26 लाख मैंने अकाउंट से मैंने यूज किया हुआ है, वो सब ऑन रिकॉर्ड है सर। ਇਸ ਤਰੀਕੇ ਦੇ ਨਾਲ ਆਸ਼ੀਸ਼ ਕਪੂਰ ਦੇ ਸੰਪਰਕ ਦੇ ਵਿੱਚ ਆਏ ਇਲਜ਼ਾਮ ਬਹੁਤ ਸਾਰੇ ਲਗਾਏ ਨੇ ਕਿ ਘਰ ਦੇ ਅੰਦਰ 10 ਤੋਂ 15 ਕਰੋੜ ਰੁਪਈਆ ਵੀ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਕਸਟੋਡੀਅਲ ਰੇਪ ਕੀਤਾ, ਅਬੋਰਸ਼ਨ ਜਿਹੜਾ ਉਹ ਹੋਇਆ। ਇਸ ਵੇਲੇ ਆਸ਼ੀਸ਼ ਕਪੂਰ ਫਿਲਹਾਲ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਪਹਿਲਾਂ ਹੀ ਜਿਹੜਾ ਉਹ ਵਿਜੀਲੈਂਸ ਦੀ ਰਡਾਰ ਦੇ ਉੱਤੇ ਨੇ, ਜੇਲ੍ਹ ਦੇ ਵਿੱਚ ਬੰਦ ਨੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਪੈ, ਨਿਊਜ਼ 18 ਚੰਡੀਗੜ੍ਹ। ਤਾਂ ਆਸ਼ੀਸ਼ ਕਪੂਰ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਰਾਜਪਾਲ ਦੇ ਨਾਲ ਪੀੜਤਾਂ ਨੇ ਮੁਲਾਕਾਤ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਹਰਿਆਣਾ ਦੀ ਮਹਿਲਾ ਕੋਚ ਤੇ ਖੇਡ ਮੰਤਰੀ ਸੰਦੀਪ ਸਿੰਘ ਦੇ ਵਿਚਾਲੇ ਛਿੜਿਆ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਮਹਿਲਾ ਕੋਚ ਨੇ ਖੇਡ ਮੰਤਰੀ ਦੇ ਖਿਲਾਫ ਚੰਡੀਗੜ੍ਹ ਦੀ SSP ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ, ਜਦਕਿ ਖੇਡ ਮੰਤਰੀ ਮਹਿਲਾ ਕੋਚ ਦੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਨੇ। ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਸਵਾਲਾਂ ਦੇ ਵਿੱਚ ਨੇ। ਇੱਕ ਮਹਿਲਾ ਕੋਚ ਦੇ ਵੱਲੋਂ ਖੇਡ ਮੰਤਰੀ ਦੇ ਖਿਲਾਫ ਛੇੜਛਾੜ ਕਰਨ, ਦਬਾਅ ਪਾਉਣ, ਡਰਾਉਣ ਧਮਕਾਉਣ ਅਤੇ ਸਰਕਾਰੀ ਦਸਤਾਵੇਜ਼ਾਂ ਦੀ ਗੋਪਨੀयता ਤੋੜਨ ਦੇ ਗੰਭੀਰ ਇਲਜ਼ਾਮ ਲਾਏ ਗਏ ਨੇ। इनसे काफी कॉन्वर्सेशन हुई है इंस्टाग्राम पे, स्नैपचैट पे। मैंने इन्हें बार बार बोला है कि सर सॉरी। इन्होंने मुझे पहले फ्रेंडशिप के लिए प्रपोज किया, फिर उन्होंने मुझे एज ए गर्लफ्रेंड, और ये हमेशा ये वो कॉन्फिडेंशियल फाइनल लिस्ट है जो हरियाणा गवर्नमेंट ने OSP में स्पोर्ट्स पर्सन को फाइनल किया था कि जॉब के लिए कौन फाइनल किए गए हैं, और ये वही लिस्ट है सेम ये की है। ये देखिए आप टाइमिंग, ये मेरा फोन झूठ नहीं बोल रहा है, ये 13 मई का है, 2:37 PM उनकी मेरी जो चैटिंग थी स्नैपचैट पे, उस पे ये उन्होंने मुझे भेजा था कि तो सर इन्होंने मेरे पैर पे हाथ रखा और बोले कि तुम क्यों पंगे कर रही हो, ये हाथ पैर तुड़ा रही हो, तुम मुझे खुश रखो मैं तुम्हें खुश रखूंगा। और इन्होंने मेरे साथ उस टाइम मिसबिहेव करने की कोशिश की, लाइक छीना झपट्टी, और इन्होंने मेरा टी-शर्ट भी फाड़ दिया उस टाइम। और मुझे काफी फोन करवाए जा रहे हैं कि आप कॉम्प्रोमाइज के लिए आप क्या चाहती हैं। तो मेरी सेल्फ रिस्पेक्ट और मेरी डिग्निटी के सामने कोई चीज मैटर नहीं करती, ना मुझे कोई पैसे से मतलब है, मुझे सिर्फ मेरे लिए जस्टिस चाहिए। कोई एक डिजर्विंग आदमी वहां पे उस जगह पे होना चाहिए जो अपनी पावर का मिसयूज ना करे। ਮਹਿਲਾ ਕੋਚ ਨੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਖੇਡ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਚੰਡੀਗੜ੍ਹ ਦੀ SSP ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਮੁੱਖ ਮੰਤਰੀ ਮਨੋਹਰ ਲਾਲ ਤੱਕ ਪਹੁੰਚ ਕਰਨ ਦੀ ਗੱਲ ਕਹੀ ਹੈ। मैं कोशिश करूंगी कि भूपेंद्र हुड्डा सर से मैं कोशिश करूंगी, और मैं CM सर से भी मैं टाइम लेने की पूरी कोशिश करूंगी। सरकार मेरा पक्ष सुने और मेरा साथ दे, क्योंकि मैं इस देश की बेटी हूँ, स्टेट की बेटी हूँ। डेफिनेटली वो मुझे टाइम भी देंगे और मेरी बात भी सुनेंगे। ਜੂਨੀਅਰ ਮਹਿਲਾ ਕੋਚ ਦੇ ਇਲਜ਼ਾਮਾਂ ਦੇ ਵਿਚਾਲੇ ਖੇਡ ਮੰਤਰੀ ਸੰਦੀਪ ਸਿੰਘ ਨੇ ਮਹਿਲਾ ਕੋਚ ਤੇ ਹੀ ਸਵਾਲ ਖੜੇ ਕਰਦਿਆਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। बेसलेस और किसका आधार नहीं होता, ये राजनीतिक चीजें हैं। हो सकता है विपक्ष जो है उस चीज को किसी और रूप को लेके जाने की कोशिश कर रहा हो। निष्पक्ष जांच होनी चाहिए और जांच मैं करवाऊंगा भी, क्योंकि मेरी छवि को खराब किया गया है। ਖੇਡ ਮੰਤਰੀ ਤੇ ਜੂਨੀਅਰ ਮਹਿਲਾ ਕੋਚ ਦੇ ਵਿਚਾਲੇ ਚੱਲ ਰਹੀਆਂ ਇਲਜ਼ਾਮ ਤਰਾਸ਼ੀਆਂ ਦੇ ਵਿਚਾਲੇ ਹਰਿਆਣਾ ਖੇਡ ਵਿਭਾਗ ਦੀ ਡਿਪਟੀ ਡਾਇਰੈਕਟਰ ਨੇ ਦਾਅਵਾ ਕੀਤਾ ਹੈ ਕਿ ਖੇਡ ਮੰਤਰੀ ਦੇ ਖਿਲਾਫ ਇਲਜ਼ਾਮ ਲਾਉਣ ਵਾਲੀ ਮਹਿਲਾ ਕੋਚ ਨੇ ਉਹਨਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਸੀ, ਪਰ ਉਹ ਚਾਹੁੰਦੇ ਨੇ ਕਿ ਇਸ ਮਸਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। मैंने 1-2 बार उसको बोला भी कि बहन आपसे रिक्वेस्ट है, आपको जो टाइम दिया गया है आप उस पे आए। उसने मेरे से झगड़ना स्टार्ट किया, तो उन्होंने यही बोला मेरे को कि नहीं मेरा मन मर्जी जब करेगा तब आऊंगी, ये वो है। मैं किसी भी कोच से, महिला कोच से या जेंट से कभी भी उनका व्यवहार गलत नहीं आया मेरे सामने, और ना ही कभी किसी प्लेयर का आया। तो आप दोनों पक्षों का सुने और जो सही फैसला है प्लीज वो सामने लेके आए। ਮਹਿਲਾ ਕੋਚ ਦੇ ਵੱਲੋਂ ਖੇਡ ਮੰਤਰੀ ਤੇ ਇਲਜ਼ਾਮ ਲਾਉਣ ਅਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਉਣਾ ਗੰਭੀਰ ਮਸਲਾ ਹੈ। ਮਾਮਲਾ ਇਸ ਲਈ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਖੇਡ ਮੰਤਰੀ ਸੰਦੀਪ ਸਿੰਘ ਖੁਦ ਕੌਮਾਂਤਰੀ ਪੱਧਰ ਦੇ ਖਿਡਾਰੀ ਰਹੇ ਨੇ ਅਤੇ ਜੋ ਕੁਝ ਵੀ ਹੋ ਰਿਹਾ ਹੈ ਉਹ ਖੇਡ ਜਗਤ ਦੇ ਲਈ ਨਿਰਾਸ਼ਾਜਨਕ ਹੈ। ਪੰਚਕੂਲਾ ਤੋਂ ਤਾਰਾ ਠਾਕੁਰ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18। ਤਾਂ ਇਲਜ਼ਾਮਾਂ ਨੂੰ ਸਿਰੇ ਤੋਂ ਬੇਸ਼ੱਕ ਸੰਦੀਪ ਸਿੰਘ ਦੇ ਵੱਲੋਂ ਨਕਾਰਿਆ ਜਾ ਰਿਹਾ ਹੋਵੇ, ਪਰ ਜਾਂਚ ਦਾ ਵਿਸ਼ਾ ਤਾਂ ਜ਼ਰੂਰ ਹੈ ਜਦੋਂ ਇੱਕ ਮਹਿਲਾ ਕੋਚ ਦੇ ਵੱਲੋਂ ਇਸ ਤਰੀਕੇ ਦੇ ਇਲਜ਼ਾਮ ਲਗਾਏ ਜਾ ਰਹੇ ਹੋਣ।
ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬਾ ਮੋਦੀ ਦਾ 100 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਨਮਕ ਖਾਣ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਅਹਿਮਦਾਬਾਦ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। देश के प्रधानमंत्री नरेंद्र मोदी की प्रेरणा स्रोत उन्हां दी माता हीराबा मोदी का शुक्रवार सवेरे करीब 3:30 बजे देहांत हो गया। अहमदाबाद के एक हस्पताल दे विच उन्होंने आखिरी साह लए। 100 साल की उम्र भोग के हीराबा इस दुनिया नूं अलविदा कह गए। हर पासे उन्हां दे देहांत दे उत्ते दुख जाहिर किया गया, श्रद्धांजलि दी गई। प्रधानमंत्री मोदी ने ट्विटर ते उन्हां दी तस्वीर साझी करते हुए भावुक लाइनां भी लिखियां। लिखिया कि परमात्मा दे चरनां च शुभ सदी दी समाप्ति। प्रधानमंत्री मोदी अहमदाबाद पहुंचे, मां हीराबा नूं श्रद्धांजलि दित्ती ते फिर उन्हां दी अर्थी नूं मोढा दित्ता। अहमदाबाद दे सैक्टर 30 दे शमशान घाट दे विच हीराबा दा अंतिम संस्कार होया। प्रधानमंत्री मोदी ने मृतक देह नूं मुख अग्नि दित्ती। इस मौके पीएम काफी भावुक नजर आ रहे सन। उधर राष्ट्रपति द्रौपदी मुर्मू ने ट्वीट करके लिखा कि प्रधानमंत्री नरेंद्र मोदी दी मां हीराबा दा 100 साल दा संघर्षमयी जीवन भारतीय आदर्शां दा प्रतीक है। राहुल गांधी ने भी हीराबा नूं श्रद्धांजलि दित्ती ਅਤੇ ਲਿਖਿਆ ਕਿ ਇਸ ਔਖੇ ਸਮੇਂ ਤੇ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਆਪਣੀ ਡੂੰਘੀ ਸੰਵੇਦਨਾ ਅਤੇ ਪਿਆਰ ਪ੍ਰਗਟ ਕਰਦਾ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਜ਼ਾਹਰ ਕਰਦੇ ਹੋਏ ਲਿਖਿਆ, ਇੱਕ ਮਾਂ ਦਾ ਜ਼ਿੰਦਗੀ ਤੋਂ ਚਲੇ ਜਾਣਾ ਜੀਵਨ ਦੀ ਸਭ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ। ਉੱਥੇ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। आज पूरा विश्व उस माता को प्रणाम कर रहा है जिन्होंने एक महान सपूत को जन्म दिया था। आज उस मां को हम श्रद्धांजलि अर्पित कर रहे हैं। वो प्रधानमंत्री के लिए दुआ करती थी, वो देश के लिए दुआ करती थी और उनकी दुआओं का असर आज पूरा विश्व, पूरी दुनिया देख रही है। भक्ति, तपस्या और कर्म की त्रिवेणी आदरणीय प्रधानमंत्री जी की माता जी, जिन्होंने उन्हें गढ़ा, एक ऐसा व्यक्तित्व गढ़ा जो राष्ट्र के लिए काम करता है। मोदी जी, उस माँ को बार बार सलाम। उस माँ को नमन करता हूँ जिस माँ ने देशभक्त और एक इस प्रकार से समर्पित व्यक्तित्व जो हमारे देश के प्रधानमंत्री श्री नरेंद्र मोदी जी हैं, उनको जन्म दिया। हीराबा ਦਾ ਜਨਮ 18 ਜੂਨ 1923 ਨੂੰ ਹੋਇਆ ਸੀ। ਉਹਨਾਂ ਦੇ 5 ਬੇਟੇ ਨੇ, ਇੱਕ ਬੇਟੀ ਹੈ। ਗਾਂਧੀ ਨਗਰ ਦੇ ਰਾਜਸਨ 'ਚ ਉਹ ਆਪਣੇ ਛੋਟੇ ਬੇਟੇ ਦੇ ਨਾਲ ਰਹਿੰਦੇ ਸਨ। ਜ਼ਿਕਰ ਖਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੋਣ ਦੇ ਬਾਵਜੂਦ ਉਹਨਾਂ ਨੇ ਆਪਣਾ ਜੀਵਨ ਬਹੁਤ ਹੀ ਸਾਦਗੀ ਦੇ ਨਾਲ ਬਿਤਾਇਆ। 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇੱਕ ਆਮ ਨਾਗਰਿਕ ਦੀ ਤਰ੍ਹਾਂ ਲਾਈਨ ਦੇ ਵਿੱਚ ਲੱਗ ਕੇ ਗੁਜਰਾਤ ਚੋਣਾਂ ਦੇ ਵਿੱਚ ਵੋਟ ਪਾਈ। ਪ੍ਰਧਾਨ ਮੰਤਰੀ ਮੋਦੀ ਸਮੇਂ-ਸਮੇਂ ਤੇ ਉਹਨਾਂ ਨੂੰ ਮਿਲਣ ਗਾਂਧੀ ਨਗਰ ਪਹੁੰਚਦੇ ਸਨ ਤੇ ਉਹਨਾਂ ਤੋਂ ਪ੍ਰੇਰਨਾ ਲੈਂਦੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਬਿਊਰੋ ਰਿਪੋਰਟ, ਨਿਊਜ਼ 18।